ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਵੱਡੀਆਂ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਟਵੀਟ ਦੇ ਵਿੱਚ ਕੀ ਕੁਝ ਕਿਹਾ ਗਿਆ, ਕਿਸ ਤੇ ਹਮਲਾਵਰ ਹੁੰਦੇ ਨਜ਼ਰ ਆਏ ਨਵਜੋਤ ਸਿੰਘ ਸਿੱਧੂ, ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਸੁਰੱਖਿਆ ਵਾਪਸੀ ਦਾ ਮੁੱਦਾ ਪੰਜਾਬ ਦੇ ਵਿੱਚ ਭਖਦਾ ਨਜ਼ਰ ਆ ਰਿਹਾ ਤੇ ਵਿਰੋਧੀ ਪਾਰਟੀਆਂ ਲਗਾਤਾਰ ਮਾਨ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਤੋਂ ਬਾਅਦ ਇੱਕ ਬਿਆਨ ਸਾਹਮਣੇ ਆ ਰਹੇ ਨੇ। ਭਾਜਪਾ ਦੇ ਵੱਖੋ ਵੱਖਰੇ ਸਟੈਂਡ ਨਜ਼ਰ ਆ ਰਹੇ ਨੇ। ਇਸ ਨੂੰ ਲੈ ਕੇ ਕੀ ਆ ਪੂਰਾ ਮਾਮਲਾ, ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਭਗਵੰਤ ਮਾਨ ਨੂੰ ਇੱਕ ਵੱਡਾ ਚੈਲੰਜ ਕਰ ਦਿੱਤਾ ਗਿਆ ਹੈ। ਕੀ ਚੈਲੰਜ ਕੀਤਾ, ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ। तमाम खबरों ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਜੋ ਕਿ ਸਿਆਸੀ ਮਾਹਿਰ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਖਾਨਪੁਰ ਸਾਹਿਬ ਪ੍ਰੋਗਰਾਮ ਦੇ ਵਿੱਚ। ਨਿੱਘਾ ਸਵਾਗਤ ਹੈ। ਚੱਠਾ ਸਾਹਿਬ, ਮੈਂ ਵਿਨਿੰਗ ਪ੍ਰੋਗਰਾਮ ਦੇ ਸਮੁੱਚੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਤਿਕਾਰਯੋਗ ਸਰੋਤਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਨਪੁਰ ਸਾਹਿਬ, ਜਿਸ ਤਰੀਕੇ ਦੇ ਨਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ ਤਾਂ ਕਿਸਾਨੀ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਸੀਗੀਆਂ, ਪਹਿਲਾਂ 2000 ਜਿਹੜੇ ਕਿਸਾਨਾਂ ਦੇ ਵਾਰੰਟ ਜਾਰੀ ਹੋਏ ਸੀ ਉਹ ਤਾਂ ਚਲੋ ਵਾਪਸ ਲੈਣ ਦਾ ਫੈਸਲਾ ਕੀਤਾ ਸਰਕਾਰ ਨੇ, ਉਹਦੇ ਉੱਤੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਤੇ ਗੱਲ ਕਰਾਂਗੇ ਜਿਸ ਤਰੀਕੇ ਦੇ ਨਾਲ ਖੁਦਕੁਸ਼ੀਆਂ ਹੋ ਰਹੀਆਂ ਨੇ। ਇਸ ਵਾਰ ਕਣਕ ਦਾ ਝਾੜ ਘਟਿਆ ਤਾਂ ਖੁਦਕੁਸ਼ੀਆਂ ਕਈ ਹੋ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ ਸੀਗੀਆਂ ਭਾਵੇਂ ਅਕਾਲੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਸੀਗੀ ਤੇ ਹੁਣ ਕੀ ਸਿਲਸਿਲਾ ਜਾਰੀ ਹੈ ਤਾਂ ਕੀ ਲੱਗਦਾ ਹੈ ਕਿ ਫਿਰ ਬਦਲਾਅ ਕਿੱਥੇ ਆਇਆ? ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੇਜਰੀਵਾਲ ਤੇ ਹਮਲਾ ਬੋਲਿਆ, ਕਹਿੰਦੇ ਕਿ ਤੁਹਾਡੇ ਵਾਅਦੇ ਕਿੱਥੇ ਨੇ, ਹੁਣ ਰੋਜ਼ਾਨਾ ਖੁਦਕੁਸ਼ੀਆਂ ਹੋ ਰਹੀਆਂ ਨੇ, ਕਿੱਥੇ ਆ ਮੁਆਵਜ਼ਾ? ਚੱਠਾ ਸਾਹਿਬ, ਸਿਆਸੀ ਬੰਦਿਆਂ ਦਾ ਚੋਰਾਂ ਯਾਰਾਂ ਲੀਡਰਾਂ ਦਾ ਕਸਮਾਂ ਨਾਲ ਵਪਾਰ ਹੈ। ਇਹ ਜਿਹੜਾ ਚੋਰ ਹੈ ਉਹ ਕਸਮ ਖਾਂਦਾ ਮੈਂ ਮੁੜ ਕੇ ਚੋਰੀ ਨਹੀਂ ਕਰਾਂਗਾ, ਬਸ ਐਤਕੀ ਮੈਂ ਪਹਿਲੀ ਵਾਰ ਫਸ ਗਿਆ ਸੀ, ਮੈਨੂੰ ਬਖਸ਼ ਦਿਓ। ਤੇ ਆਸ਼ਿਕ ਉਹ ਵੀ ਆਉਂਦਾ ਵੀ ਇਹੀ ਹਾਲ ਹੁੰਦਾ ਵੀ ਨਹੀਂ ਬਸ ਬਸ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਨਿਭਾਉਂ, ਤੂੰ ਇਹ ਕਰ, ਬਸ ਇਹ ਕਰ, ਸੌਜ ਮਾਰ। ਇਹੀ ਹਾਲ ਲੀਡਰ ਦਾ ਹੁੰਦਾ। ਇਹ ਇਲੈਕਸ਼ਨਾਂ ਤੋਂ ਪਹਿਲਾਂ ਬੜੇ ਬੜੇ ਝੂਠ ਲਾਰੇ ਤੂਫਾਨ ਬੋਲਣਗੇ, ਲੋਕਾਂ ਨੂੰ ਹੱਥਾਂ ਦੇ ਉੱਤੇ ਸਰੋਂ ਜਮਾ ਦੇਣਗੇ ਵੀ ਇਹ ਵੀ ਕਰਾਂਗਾ, ਇਹ ਵੀ ਕਰਾਂਗਾ। ਪਰ ਲੋਕ ਵੀ ਦੁਖੀ ਹੋਏ ਸੀ ਕਿਉਂਕਿ 70 ਸਾਲ ਤੋਂ ਆਜ਼ਾਦੀ ਤੋਂ ਬਾਅਦ ਦੋ ਹੀ ਸਰਕਾਰਾਂ ਦੇਸ਼ ਦੇ ਵਿੱਚ ਰਾਜ ਕਰਦੀਆਂ ਆਈਆਂ, ਕਾਂਗਰਸ ਤੇ ਅਕਾਲੀ। ਇਹ ਆ ਕੋਲੀਸ਼ਨ ਨਾਲ ਆਈਆਂ, ਪਰ ਲੋਕਾਂ ਇਹਨਾਂ ਦੋਨਾਂ ਤੋਂ ਹੀ, ਇਹਨਾਂ ਦੇ ਲਾਰਿਆਂ ਤੋਂ, ਇਹਨਾਂ ਦੇ ਵਾਅਦਿਆਂ ਤੋਂ, ਇਹਨਾਂ ਦੇ ਕਸਮਾਂ ਤੋਂ ਤੰਗ ਆ ਗਏ ਸੀ। ਉਹ ਕਹਿੰਦੇ ਸੀ ਵੀ ਐਤਕੀ ਬਦਲਾਅ ਕਰਨਾ ਹੀ ਕਰਨਾ। ਕੋਈ ਆਮ ਆਦਮੀ ਪਾਰਟੀ ਦੀ ਵੱਡੀ ਅਚੀਵਮੈਂਟ ਨਹੀਂ ਸੀ, ਦੇਣ ਨਹੀਂ ਸੀ, ਜਾਂ ਕੋਈ ਸਾਹਮਣੇ ਮੈਪ ਨਜ਼ਰ ਨਹੀਂ ਸੀ ਆ ਰਿਹਾ ਵੀ ਇਹ ਕੀ ਕਰਨਗੇ। ਪਰ ਲੋਕਾਂ ਨੂੰ ਇਹ ਸੀ ਵੀ ਚਲੋ ਇਹ ਦੋਵਾਂ ਨੂੰ ਤਾਂ ਹੁਣ ਦੇਖ ਲਿਆ, ਆਪਾਂ ਨਵੀਂ ਪਾਰਟੀ ਨੂੰ ਦੇਖੀਏ, ਸ਼ਾਇਦ ਕੋਈ ਕੇਜਰੀਵਾਲ ਕਰਕੇ ਹੀ ਦਿਖਾਵੇ। ਇਹਨੇ ਬੜੇ ਬੜੇ ਜੀ ਦਿੱਲੀ ਦੇ ਵਿੱਚ ਵੀ, ਦਿੱਲੀ ਦਾ ਮਤਲਬ ਦਿੱਲੀ ਦੇ ਮੈਪ ਚਲਾਵਾਂਗਾ, ਦਿੱਲੀ ਦਾ ਤੇ ਪੰਜਾਬ ਦਾ ਜਿਵੇਂ ਸਮਾਨ ਦਾ ਫਰਕ ਹੈ। ਦਿੱਲੀ ਤਾਂ ਮੈਂ ਸਮਝਦਾ ਜਿੱਦਾਂ ਕਿਸੇ ਸਟੇਟ ਦੇ ਕਿਸੇ ਸ਼ਹਿਰ ਦੀ ਕਾਰਪੋਰੇਸ਼ਨ ਹੁੰਦੀ ਹੈ, ਉੱਥੇ ਦਾ ਮੇਅਰ ਹੁੰਦਾ ਹੈ, ਇੱਕ ਦਿੱਲੀ ਦਾ ਮੁੱਖ ਮੰਤਰੀ ਦਾ ਇੱਕ ਵੱਡੇ ਸ਼ਹਿਰ ਦੇ ਮੇਅਰ ਸਮਾਨ ਹੈ। ਲੇਕਿਨ ਪੰਜਾਬ ਇੱਕ ਸਟੇਟ ਹੈ ਜਿੱਥੇ ਐਡੇ ਜ਼ਿਲ੍ਹੇ ਨੇ, ਦੂਜੇ ਆਲੇ ਦੁਆਲੇ ਸਰਹੱਦਾਂ ਹੁੰਦੀਆਂ, ਦੋ ਪਾਕਿਸਤਾਨ ਦੀ ਸਰਹੱਦ ਦੇ ਨਾਲ ਇੱਕ ਦੁਸ਼ਮਣ ਦੀ ਸਰਹੱਦ ਨਾਲ ਲੱਗਦੇ, ਜਿਹੜਾ 24 ਪੰਜਾਬ ਨੂੰ ਕਮਜ਼ੋਰ ਕਰ ਦਿੰਦੇ। ਇਹ ਜੋ ਵਾਅਦੇ ਕੀਤੇ ਨੇ, ਵਾਅਦੇ ਕੋਈ ਇਹਨਾਂ ਨੇ ਅਜੇ ਤੱਕ ਪੂਰੇ ਨਹੀਂ ਕੀਤੇ। ਸਿਰਫ ਜਿੱਦਾਂ ਹੁੰਦਾ ਇੱਕ ਪੂਣੀ ਦਾ ਇੱਕ ਤੰਦ ਵੀ ਨਹੀਂ ਕੱਤੀ ਹੈ ਕਿ ਮੈਂ ਬਿਜਲੀ ਦਾ 300 ਯੂਨਿਟ ਦਾ ਮੈਂ ਬਿਜਲੀ ਦੀ ਗੱਲ ਕਰਦਾ। ਬਿਜਲੀ 200 ਯੂਨਿਟ ਤਾਂ ਪਹਿਲੇ ਕਾਂਗਰਸ ਕਹੇਗੀ ਸੀ ਵੀ 200 ਯੂਨਿਟ ਹੀ ਜਾ ਕੇ ਇਹਨਾਂ ਨੇ 100 ਵਿੱਚ ਜਮਾ ਕਰਕੇ ਦਿੱਤਾ ਤਾਂ ਅਸੀਂ 300 ਯੂਨਿਟ ਮਾਫ ਕਰਾਂਗੇ। ਉਹ 300 ਦਾ ਕ੍ਰੈਡਿਟ ਸੀ ਜਿਹੜਾ ਲੋਕਾਂ ਨੂੰ ਤੋਂ ਇਹ ਲੈ ਲਿਆ। ਲੋਕ ਕਹਿੰਦੇ ਦੇਖੋ ਜੀ ਆਪ ਸਰਕਾਰ ਆਈ ਹੈ 300 ਯੂਨਿਟ ਮਾਫ ਕਰਦੀ। ਉਦੋਂ ਵੀ ਗੱਲ ਇਹ ਹੋਈ ਕਹਿੰਦੇ ਦੋ ਮਾਈਆਂ ਇੱਕ ਵਿਆਹ ਤੇ ਚੱਲੀਆਂ ਸੀ, ਨਾਨਕ ਛੱਕ ਸੀਗੀ। ਉਹ ਇੱਕ ਅਮੀਰ ਸੀ, ਉਹਨੇ ਜੀ 100 ਰੁਪਇਆ ਪਾਤਾ, ਦੂਜੀ ਗਰੀਬ ਸੀ, ਉਹਨੇ ਆਪਣਾ 5 ਰੁਪਏ ਵਿੱਚ ਜੋੜਦੇ। ਕਹਿੰਦੀ ਲੈ ਭਾਈ ਆਪਾਂ ਭੈਣੇ ਦੋਏ ਰਲ ਕੇ ਆਪਾਂ 105 ਪਾ ਦਾਂਗੇ, ਇਕੱਠੇ ਸਗਨ ਫੜਾ ਦਾਂਗੇ। ਉਹੀ ਕੰਮ ਇਹਨਾਂ ਨੇ ਕੇਜਰੀਵਾਲ ਨੇ ਤੇ ਪਹਿਲੀ ਸਰਕਾਰਾਂ ਨੇ ਰਲ ਕੇ ਗਿਰਿਆ ਵੀ 200 ਦਾ ਕਾਂਗਰਸ ਦੇ ਰਹੀ ਸੀ, 100 ਆਪਾਂ ਵਿੱਚ ਪਾ ਰਲ ਕੇ ਕਹਿੰਦੇ 300 ਰੁਪਏ ਪਾਵਾਂ। ਇਸ ਲਈ ਕੋਈ ਨਵਾਂ ਕੰਮ ਨਹੀਂ ਕੀਤਾ। ਜੋ ਜਿਸ ਤਰੀਕੇ ਦੇ ਨਾਲ ਹੁਣ ਸਵਾਲ ਨਵਜੋਤ ਸਿੰਘ ਸਿੱਧੂ ਚੁੱਕਦੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਕੋਲ ਤਾਂ ਕੋਈ ਅਹੁਦਾ ਵੀ ਨਹੀਂ, ਤਾਂ ਕੀ ਲੱਗਦਾ ਹੈ ਵਿਰੋਧੀ ਧਿਰ ਦੀ ਭੂਮਿਕਾ ਵੀ ਉਹੀ ਨਿਭਾਉਂਦੇ ਨੇ? ਤਾਂ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਭਾਵੇਂ ਪਹਿਲਾਂ ਲਾ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਵਾਲ ਚੁੱਕਦੇ ਸੀਗੇ, ਲਗਾਤਾਰ ਜਾਨਾ ਹੀ ਟਵੀਟ ਕਰਕੇ ਤੇ ਉਧਰ ਹੁਣ
किसानी मुद्दे ਨੂੰ ਲੈ ਕੇ ਬਹੁਤ ਸਰਗਰਮ ਨਜ਼ਰ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਦਾ ਕੀ ਲੱਗਦਾ? ਮੈਨੂੰ ਤਾਂ ਲੱਗਦਾ ਕਿ ਪ੍ਰਧਾਨ ਵੀ ਨਵਜੋਤ ਸਿੰਘ ਸਿੱਧੂ ਲੱਗਦੇ ਨੇ ਤੇ ਵਿਰੋਧੀ ਧਿਰ ਦਾ ਨੇਤਾ ਵੀ ਉਹੀ ਲੱਗਦੇ ਨੇ, ਤੇ ਬਾਕੀ ਲੀਡਰਾਂ ਦੀ ਕੀ ਭੂਮਿਕਾ ਹੈ ਜੇ ਇਸ ਮਾਹੌਲ ਦੇ ਵਿੱਚ ਉਹਨਾਂ ਦੇ ਵੱਲੋਂ ਸਵਾਲ ਹੀ ਨਹੀਂ ਚੁੱਕੇ ਜਾ ਰਹੇ ਮੌਜੂਦਾ ਸਰਕਾਰ ਦੇ? ਚੱਠਾ ਸਾਹਿਬ ਸਿਆਣੇ ਕਹਿੰਦੇ ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ। ਜੇ ਵੇਲੇ ਸਿਰ ਪੜੀ ਜਾਵੇ ਨਵਾਜ਼ ਹੁੰਦੀ ਹੈ ਤੇ ਉਹ ਨਵਾਜ਼ ਦਾ ਫਲ ਵੀ ਹੁੰਦਾ, ਕਿਉਂਕਿ ਸਮਾਂ ਹੁੰਦਾ ਨਿਤਨੇਮ ਦਾ, ਪਾਠ ਦਾ ਜਾਂ ਅੰਮ੍ਰਿਤ ਵੇਲੇ। ਇਹ ਉਸ ਟਾਈਮ ਜਦੋਂ ਨਵਾਜ਼ ਪੜ੍ਹਨ ਦਾ ਸਮਾਂ ਸੀ, ਇਹ ਪੰਜਾਬ PCC ਦੇ ਪ੍ਰਧਾਨ ਸੀ ਤੇ ਚੰਗੇ ਕੱਦ ਵਾਲੇ ਲੀਡਰ ਸੀ ਪੰਜਾਬ, ਜਿਹਦੇ ਤੂਤੀ ਬੋਲਦੇ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਹੋ ਗਏ, ਸਿੱਧੂ ਦਾ ਪਲਾਨ ਇਹ ਹੋ ਰਿਹਾ ਸੀ। ਉਸ ਟਾਈਮ ਤਾਂ ਕੁਝ ਕੀਤਾ ਨਹੀਂ ਹੈਗਾ ਇਹਨਾਂ ਨੇ। ਉਸ ਟਾਈਮ ਤਾਂ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਇੱਕ ਦੂਜੇ ਦੀਆਂ ਦੇ ਬਿਆਨ ਖਿਲਾਫ ਬਿਆਨਬਾਜ਼ੀ ਕਰਦੇ ਲੱਗੇ ਰਹੇ। ਜਦੋਂ ਹੁਣ ਕੁਰਸੀ ਤੋਂ ਥੱਲੇ ਲੈ ਗਏ, ਪੱਲੇ ਕੁਝ ਨਹੀਂ ਰਿਹਾ। ਉਹ ਮੁੱਕ ਗਏ ਘੜੇ ਜੋ ਦਾਣੇ ਤੇ ਬਣ ਗਏ ਸਿੰਘ ਸਭੀਏ। ਜਦੋਂ ਦਾਣੇ ਘੜੇ ਚੋਂ ਮੁੱਕ ਜਾਣ ਫਿਰ ਜੋ ਮਰਜ਼ੀ ਕਹੀ ਜਾਓ, ਜਿਸ ਦਾ ਇਹ ਵੀ ਕਰ ਦਿੰਦੇ ਇਹ ਵੀ ਕਰਦੇ। ਸਿੱਧੂ ਸਾਹਿਬ ਹੁਣ ਤੁਹਾਡੇ ਕਹਿਣ ਦੇ ਨਾਲ ਕੁਝ ਨਹੀਂ ਬਣਦਾ। ਹੁਣ ਤੁਸੀਂ ਆਮ ਪਬਲਿਕ ਮੈਨ ਹੋ, ਨਾ ਕਿ ਤੁਸੀਂ ਪਾਰਟੀ ਦਾ ਤੁਹਾਡੇ ਕੋਲ ਕੋਈ ਵੱਡਾ ਅਹੁਦਾ ਜਾਂ ਤੁਹਾਡੇ ਕੋਲ ਅਹੁਦਾ ਸੀ, ਤੁਸੀਂ ਸਭ ਕੁਝ ਕਰ ਸਕਦੇ ਸੀ ਔਰ ਤੁਹਾਨੂੰ ਕਰਨਾ ਚਾਹੀਦਾ ਸੀ, ਪਰ ਤੁਸੀਂ ਕੀਤਾ ਨਹੀਂ। ਅੱਜ ਤੁਸੀਂ ਜਿਹੜੀਆਂ ਡਾਇਰੈਕਸ਼ਨਾਂ ਦੇ ਰਹੀਆਂ ਨੇ ਉਹ ਡਾਇਰੈਕਸ਼ਨਾਂ LOP ਦਾ ਨੇਤਾ ਦੇ ਸਕਦਾ, ਜੋ ਕਿ ਪਾਰਟੀ ਦਾ ਵਿਰੋਧੀ ਪਾਰਟੀ ਦਾ ਨੇਤਾ ਸੁਖਪਾਲ ਸਿੰਘ ਖਹਿਰਾ। ਅੱਜ ਖਹਿਰਾ ਕਹਿ ਸਕਦਾ ਹੈ ਜਾਂ ਰਾਜਾ ਵੜਿੰਗ ਕਹਿ ਸਕਦਾ ਹੈ, ਤੁਸੀਂ ਇੱਕ ਆਮ ਪਬਲਿਕ ਹੋ, ਉਹਨਾਂ ਨੂੰ ਕੰਮ ਕਰ ਦਿਓ, ਉਹਨਾਂ ਦੇ ਕੰਮਾਂ ਦੇ ਵਿੱਚ ਰੋੜਾ ਨਾ ਅਟਕਾਓ। ਜੇ ਉਹ ਨਹੀਂ ਕਰਨਗੇ ਕੋਈ ਪੱਲੇ ਨਹੀਂ ਪਊਗਾ। ਸਮਾਂ ਤਾਂ ਕਿਤੇ ਦੂਰ ਨਹੀਂ ਗਿਆ, ਜਦੋਂ ਮਰਜ਼ੀ ਆਪਣੀ ਤੂਤੀ ਫਿਰ ਵਜਾ ਦਿਓ, ਇਹ ਫਿਰ ਉਹੀ ਸਮਾਂ ਆ ਜਾਣਾ ਹੈ। ਇਸ ਲਈ ਉਹਨਾਂ ਨੂੰ ਸਮਾਂ ਕਰਨ ਦਾ ਸਮਾਂ ਦਿਓ। ਬਿਲਕੁਲ। ਤੇ ਨਾਲ ਹੀ ਖਾਨਪੁਰ ਸਾਹਿਬ ਗੱਲ ਕਰਾਂਗੇ, ਜਿਸ ਤਰੀਕੇ ਦੇ ਨਾਲ ਸੁਰੱਖਿਆ ਵਾਪਸੀ ਦਾ ਮੁੱਦਾ ਲਗਾਤਾਰ ਭਖਦਾ ਨਜ਼ਰ ਆ ਰਿਹਾ, ਵਿਰੋਧੀ ਪਾਰਟੀਆਂ ਜਿੱਥੇ ਮਾਨ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੀਆਂ ਨੇ ਕਿ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਲੀਡਰ ਸੀਗੇ, ਵਿਧਾਇਕ, ਸਾਬਕਾ ਵਿਧਾਇਕ, ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਪਰ ਜੇਕਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸੁਰੱਖਿਆ ਵਾਪਸ ਨਹੀਂ ਲਈ। ਕਹਿੰਦੇ ਉਹਨਾਂ ਨੂੰ ਕਿਸ ਚੀਜ਼ ਦਾ ਖਤਰਾ ਹੈ ਤੇ ਸਾਨੂੰ ਕਿਸ ਚੀਜ਼ ਦਾ ਖਤਰਾ ਨਹੀਂ ਹੈਗਾ। ਇਸ ਨੂੰ ਲੈ ਕੇ ਜਿਹੜਾ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ। ਤੇ ਉਧਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਭਾਜਪਾ ਆਗੂ ਨੇ ਸਰਾਂ, ਉਹਨਾਂ ਨੇ ਬਿਆਨ ਦਿੱਤਾ ਹੈ, ਕਹਿੰਦੇ ਕਿ ਕੇਜਰੀਵਾਲ ਕਤਲ ਕਰਵਾਉਣਾ ਚਾਹੁੰਦਾ ਹੈ, ਇਸ ਦੇ ਲਈ ਸੁਰੱਖਿਆ ਵਾਪਸ ਲਈ ਹੈ। ਤਾਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਚੱਠਾ ਸਾਹਿਬ, ਜਿਹੜੀ ਸਰਕਾਰੀ ਸਿਕਿਉਰਿਟੀ ਲੈਣੀ ਹੈ, ਮੈਂ ਕਹਿੰਦਾ ਇਹ ਇੱਕ ਇਹਨਾਂ ਲੀਡਰਾਂ ਦੀ ਬੁੱਝਦਿਲੀ ਹੈ। ਜਦੋਂ ਇਹ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨ ਲੜਦੇ ਨੇ, ਉਸ ਟਾਈਮ ਇਹ ਸੰਗਤ ਦੇ ਸੇਵਾਦਾਰ ਹੁੰਦੇ ਆ। ਅਸੀਂ ਸੇਵਾਦਾਰ ਬਣਾਂਗੇ, ਅਸੀਂ ਤੁਹਾਡੇ ਨੌਕਰ ਆ, ਅਸੀਂ ਕੁੱਕਰ ਆ ਤੁਹਾਡੇ, ਅਸੀਂ ਇੱਕ ਆਮ ਬੰਦੇ ਆ। ਪਰ ਜਦੋਂ ਇਹਨਾਂ ਦੀ ਪੂੰਛ ਲੱਗ ਜਾਂਦੀ ਹੈ, ਇਹ ਜਿੱਤ ਜਾਂਦੇ ਨੇ। ਫਿਰ ਇਹਨਾਂ ਨੂੰ ਸਭ ਚੀਜ਼ ਉਹੀ VIP ਕਲਚਰ ਬਣਨਾ ਦੇਖਣਾ ਚਾਹੁੰਦੇ ਵੀ ਅਸੀਂ ਵੀ ਉੱਦਾਂ ਹੀ ਕਰਕੇ ਦੇਖੀਏ। ਇਸ ਲਈ ਮੈਂ ਤਾਂ ਸਮਝਦਾ ਜਿਹੜੀਆਂ ਸਿਕਿਉਰਿਟੀਆਂ ਇਹਨਾਂ ਲੋਕਾਂ ਨੂੰ, ਠੀਕ ਹੈ ਸਿਕਿਉਰਿਟੀ CM ਕੋਲ ਚਾਹੀਦੀ ਹੈ, ਮਿਨਿਸਟਰਾਂ ਕੋਲ ਚਾਹੀਦੀ ਹੈ, ਕਿਉਂਕਿ ਮਿਨਿਸਟਰਾਂ ਦੇ ਨਾਲ ਕਈ ਵਾਰ ਪਬਲਿਕ ਜ਼ਿਆਦਾ ਹੋ ਜਾਂਦੀ ਹੈ, ਲੋਕਾਂ ਨੂੰ ਪਿੱਛੇ ਕਰਨਾ ਪੈਂਦਾ। ਲੇਕਿਨ ਜਾਨ ਨੂੰ ਖਤਰਾ ਨਹੀਂ ਹੁੰਦਾ। ਕੋਈ ਮਿਨਿਸਟਰ ਨੂੰ ਮਾਰਨ ਵਾਸਤੇ, ਕੋਈ ਮੰਤਰੀ ਨੂੰ ਮਾਰਨ ਵਾਸਤੇ ਕਿਸੇ ਦਾ ਹਿਆ ਜਾਂ ਹਿੰਮਤ ਨਹੀਂ ਹੁੰਦੀ, ਕਿਉਂਕਿ ਇਹ ਤਾਂ ਲੋਕਾਂ ਦੇ ਸੇਵਕ ਨੇ, ਲੋਕਾਂ ਦੀ ਭਲਾਈ ਵਾਸਤੇ। ਇਹ ਆਪਣੇ ਪਾਲੇ ਤੋਂ ਆਪ ਹੀ ਡਰਦੇ। ਇਨਸਾਨ ਆਪਣੇ ਕੀਤੇ ਹੋਏ ਕੰਮਾਂ ਤੋਂ ਹੀ ਡਰਦਾ। ਜਾਨ ਦਾ ਦੁਸ਼ਮਣ ਕੋਈ ਨਹੀਂ, ਉਹਦੀ ਆਪਣੀ ਆਤਮਾ ਹੈ। ਜਦੋਂ ਆਤਮਾ ਉਹਦੇ ਕੋਈ ਗਲਤ ਕੰਮ ਕਰਦੀ ਹੈ, ਉਹੀ ਚਿਹਰਾ ਉਹਦੀ ਅੱਖਾਂ ਦੇ ਸਾਹਮਣੇ ਫਿਰਦਾ ਨਜ਼ਰ ਆਉਂਦਾ। ਔਰ ਜਿਹੜੀਆਂ ਸਿਕਿਉਰਿਟੀਆਂ ਨੇ ਕੋਈ ਬੰਦੇ ਨੂੰ ਬਚਾਉਂਦੀਆਂ ਨਹੀਂ ਹੈਗੀਆਂ। ਮੈਨੂੰ ਤੁਸੀਂ ਦੱਸੋ ਵੀ ਅੱਜ ਤੱਕ ਕਿਹੜੀ ਸਿਕਿਉਰਿਟੀ ਨੇ ਲੀਡਰ ਬਚਾਇਆ ਹੋਣ? ਸਤਿਕਾਰਯੋਗ ਸਰਦਾਰ ਬੇਅੰਤ ਸਿੰਘ ਜੀ ਸ਼ਹੀਦ ਹੋਏ ਨੇ ਸੈਕਟਰੀਏਟ ਦੇ ਵਿੱਚ, ਕਿੰਨੀ ਸਿਕਿਉਰਿਟੀ ਸੀ ਉਹਨਾਂ ਕੋਲ? ਕੀ ਸਿਕਿਉਰਿਟੀ ਉਹਨਾਂ ਨੂੰ ਬਚਾ ਸਕੀ? ਉਹ ਸਿਕਿਉਰਿਟੀ ਵਾਲੇ ਆਪ ਮਰ ਗਏ। ਸ਼੍ਰੀਮਤੀ ਇੰਦਰਾ ਗਾਂਧੀ ਜੀ ਸ਼ਹੀਦ ਨੂੰ ਕਤਲ ਕੀਤਾ ਗਿਆ, ਉਹ ਦਿੱਲੀ ਉਹਦੀ ਕੋਠੀ ਦੇ ਵਿੱਚ ਕੀ ਸਿਕਿਉਰਿਟੀ ਨੇ ਬਚਾਤੇ? ਵੈਦੀਆਂ ਨੂੰ ਕਤਲ ਕੀਤਾ ਗਿਆ, ਕੀ ਸਿਕਿਉਰਿਟੀ ਨੇ ਬਚਾਤਾ? ਇਹ ਲੋਕ ਸਿਰਫ ਆਪਣਾ ਸਟੈਂਡਰਡ ਉੱਚਾ ਕਰਨ ਪਏ ਆ, ਲੋਕਾਂ ਦੇ ਵਿੱਚ ਆਪਣੀ ਧਾਕ ਜਮਾਉਣ ਵਾਸਤੇ ਸਿਕਿਉਰਿਟੀ ਨੇ। ਹੁਣ ਮੈਂ ਕਹਿੰਦਾ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਦੱਸੋ ਮੈਂਬਰ ਨੂੰ ਕਿਹੜੀ ਚੀਜ਼ ਦਾ ਖਤਰਾ ਹੈ? ਉਹ ਇੱਕ ਧਾਰਮਿਕ ਅਦਾਰੇ ਦਾ, ਲੋਕਾਂ ਦੀ ਸੇਵਾ ਕਰਨੀ ਹੈ, ਉਹ ਸਿਕਿਉਰਿਟੀ ਲਈ ਫਿਰਦਾ। ਉਹ ਸਿਕਿਉਰਿਟੀ ਤੋਂ ਕੀ ਲੈਂਦੇ ਨੇ? ਮੇਰੀ ਗੱਡੀ ਚਲਾ ਵੀ, ਡਰਾਈਵਰ ਦਾ ਕੰਮ ਸਿਕਿਉਰਿਟੀ ਤੋਂ ਲੈਂਦੇ ਨੇ। ਫਿਰ ਦੂਜਾ ਕਹਿੰਦੇ ਜਾਂ ਫਿਰ ਇੱਕ ਬੱਚਿਆਂ ਨੂੰ ਛੱਡਿਆ ਸਕੂਲ, ਉਹ ਸਿਕਿਉਰਿਟੀ ਨੂੰ ਕੰਮ ਲੈਂਦੇ ਨੇ। ਜਾਂ ਫਿਰ ਮੇਰੀ ਘਰ ਵਾਲੀ ਨੂੰ ਸ਼ਾਪਿੰਗ ਕਰਾ ਲਿਆ, ਬੱਚਿਆਂ ਨੂੰ ਲੈ ਜਾ। ਇਹ ਤਾਂ ਇੱਕ ਲੋਕਾਂ ਦੇ
ਪੈਸੇ ਤੇ ਤਨਖਾਹਾਂ ਇਹ ਸਿਕਿਉਰਿਟੀ ਨੂੰ ਦਿੰਦੇ ਆ, ਉਹਨਾਂ ਦੀ ਨਜਾਇਜ਼ ਵਰਤੋਂ ਕਰਕੇ ਆਪਣੇ ਫਿਰ ਲੋਕਾਂ ਮੰਤਰੀਆਂ ਦੇ ਘਰਾਂ ਅੱਗੇ ਗਾਰਦ ਬੈਠੀ ਹੈ, 10-10 ਬੰਦੇ ਤੰਬੂ ਲਾਈ ਬਾਹਰ ਬੈਠੇ ਨੇ। ਤੇ ਜੇ ਉਹੀ ਪੁਲਿਸਮੈਨ ਥਾਣਿਆਂ ਵਿੱਚ ਹੋਣਗੇ, ਜਿਹੜਾ ਕ੍ਰਾਈਮ 'ਚ ਵਾਧਾ ਹੋ ਰਿਹਾ, ਹੱਥਾਂ ਦੀ ਪੈਟਰੋਲਿੰਗ ਹੋਊਗੀ, ਉਹ ਬਚਤ ਹੋਊਗੀ। ਮੈਂ ਤਾਂ ਕਹਿਣਾ ਜੇ ਸਿਕਿਉਰਿਟੀ ਉਹ ਲੈਣੀ ਚਾਹੁੰਦੇ ਆ, ਮੈਂ ਸਰਕਾਰ ਨੂੰ ਤੁਹਾਡੇ ਚੈਨਲ ਥਰੂ ਬੇਨਤੀ ਕਰਨੀ ਚਾਹੁੰਦਾ, ਭਗਵੰਤ ਮਾਨ ਜੀ ਜਾਂ ਹੋਮ ਡਿਪਾਰਟਮੈਂਟ ਨੂੰ, ਕਿ ਸਿਕਿਉਰਿਟੀ ਦਿਓ ਉਹਨਾਂ ਨੂੰ। ਕਹੋ ਲੈ ਵੀ ਤੁਹਾਨੂੰ ਖਤਰਾ ਹੈ, ਦੱਸੋ ਕਿੰਨੇ ਬੰਦੇ ਚਾਹੀਦੇ ਨੇ। ਜੇ ਉਹ ਕਹੇ ਸਾਨੂੰ 5, ਉਹਨਾਂ ਨੂੰ 5 ਆਰਮ ਲਾਇਸੈਂਸ ਦੇ ਦਿਓ, ਜਿਹੜੇ ਚੀਜ਼ ਦਾ ਲਾਇਸੈਂਸ ਹੋ ਜਾਵੇ ਉਹਨੂੰ ਆਰਮ ਲਾਇਸੈਂਸ ਦਿਓ। ਲਓ ਵੀ ਤੁਸੀਂ ਆਪਣੀ ਮਰਜ਼ੀ ਦੇ ਬੰਦੇ ਰੱਖੋ, ਜਦ ਤੁਸੀਂ ਪਬਲਿਕ ਚੁਣੇ ਹੋਏ ਕੀ ਥੋੜੀ ਪਬਲਿਕ ਦੇ ਲੋਕ ਥੋੜੀ ਜਾਨ ਨਹੀਂ ਬਚਾ ਸਕਦੇ। ਆਪਣੇ ਵੈਲ ਵਿਸ਼ਰ ਨੇ ਤੁਹਾਡੇ ਖਾਸ ਬੰਦੇ ਨੂੰ ਨਾਲ ਰੱਖੋ, ਉਹਨਾਂ ਨੂੰ ਰੁਜ਼ਗਾਰ ਮਿਲੂਗਾ। ਜੇ ਤੁਸੀਂ ਅਸਲਾ ਨਹੀਂ ਲਾਇਸੈਂਸ ਲੈਣਾ ਚਾਹੁੰਦੇ, ਸਰਕਾਰ ਕੋਲ ਅਸਲਾ ਬਥੇਰਾ ਪਿਆ, ਮਾਲਖਾਨੇ ਭਰੇ ਪਏ ਨੇ, ਪੁਰਾਣੀਆਂ 303 ਰਾਫਲਾਂ ਪਈਆਂ ਨੇ, ਕੱਲੇ ਕੱਲੇ ਨੂੰ 5-5 ਰਾਫਲਾਂ ਦੇ ਦਿਓ, 6-6 ਦੇ ਦਿਓ, ਜਿੰਨੇ ਮੰਗਦੇ ਨੇ ਪਵਾ ਦਿਓ ਗਲਾਂ 'ਚ। ਉਹਦੇ ਵੀ ਪਵਾਓ, ਜਿਹੜਾ ਬੰਦਾ ਸਿਕਿਉਰਿਟੀ ਮੰਗਦਾ ਤਾਂ ਆਪਣੀ ਸਿਕਿਉਰਿਟੀ ਉਹ ਆਪ ਵੀ ਕਰ ਸਕੇ। ਪਰ ਇਹ ਗਲਤ ਗੱਲ ਹੈ, ਬਿਲਕੁਲ ਸਿਕਿਉਰਿਟੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਜਿਹੜੇ ਗਲਤ ਲੋਕ ਡਰਾਮੇ ਕਰਕੇ ਆ ਰਹੇ ਨੇ, ਹਰਜੀਤ ਗਰੇਵਾਲ ਜਿੱਥੇ ਇੱਕ ਭਾਜਪਾ ਆਗੂ ਕਹਿ ਰਿਹਾ ਕਿ ਕੇਜਰੀਵਾਲ ਕਤਲ ਕਰਨਾ ਚਾਹੁੰਦੇ ਨੇ, ਤੇ ਹਰਜੀਤ ਗਰੇਵਾਲ ਮਾਨ ਸਰਕਾਰ ਦੇ ਫੈਸਲੇ ਦਾ ਸਵਾਗਤ ਕਰ ਰਹੇ ਨੇ, ਤਾਂ ਭਾਜਪਾ ਦੇ ਵਿੱਚ ਇੱਕ ਨਹੀਂ ਆ ਰਹੀ। ਦੇਖੋ ਸਰਾਂ ਸਾਹਿਬ ਨਵੇਂ ਨੇਤਾ ਹੋਏ ਨੇ, ਉਹ ਕਹਿੰਦੇ ਜੀ ਸਾਨੂੰ ਜਾਨ ਨੂੰ ਖਤਰਾ ਹੈ। ਦੱਸੋ ਕਿਹੜੀ ਜਾਨ ਨੂੰ ਖਤਰਾ ਹੈ ਤੁਹਾਨੂੰ? ਤੁਸੀਂ ਕੀ ਗੁਨਾਹ ਕੀਤਾ ਹੈ? ਤੁਸੀਂ ਕਿਹੜਾ ਪਾਪ ਕੀਤਾ ਹੈ ਜਿਹੜੇ ਪਾਪ ਤੋਂ ਤੁਸੀਂ ਡਰ ਰਹੇ ਹੋ? ਮੈਨੂੰ ਸਿਕਿਉਰਿਟੀ ਚਾਹੀਦੀ ਹੈ। ਤੇ ਉਧਰ ਗਰੇਵਾਲ ਸਾਹਿਬ ਬੜੇ ਸਿਆਣੇ ਲੀਡਰ ਨੇ, ਉਹ ਉਹਦਾ ਸਮਰਥਨ ਕਰ ਰਹੇ ਨੇ। ਹਾਲਾਂਕਿ ਉਹਨਾਂ ਕੋਲ ਵੀ 8-10 ਬੰਦਿਆਂ ਦੀ ਸਿਕਿਉਰਿਟੀ ਹੈਗੀ ਹੈ, ਹਰ ਟਾਈਮ ਜਿਪਸੀ ਉਹਨਾਂ ਦੇ ਨਾਲ। ਦੇਖੋ ਇੱਕ ਇਹਨਾਂ ਕੋਲ ਸਿਕਿਉਰਿਟੀ ਹੋਗੀ, ਦੂਜੀ ਜਿਪਸੀ ਦੇ ਇਹਨਾਂ ਦੇ ਕੋਲ ਹੁੰਦੀ ਹੈ, ਫਿਰ ਉਹਨਾਂ ਨੂੰ ਪੈਟਰੋਲ ਦਿਓ। ਫਿਰ ਉਹ ਪਬਲਿਕ ਦਾ ਪੈਸਾ ਤਾਂ ਇਹੀ ਖਾ ਰਹੇ ਨੇ ਸਾਰਾ। ਪਬਲਿਕ ਦਾ ਕੰਗਾਲ ਹੋਣੀ ਆਉਣੀ ਹੈ, ਟੈਕਸ ਲੋਕਾਂ ਦੇ ਉੱਤੇ ਪੈਣੇ ਨੇ ਤੇ ਆਪਣੇ ਗੁਰਛਰਲੇ ਉਡਾਉਂਦੇ ਨੇ। ਇਸ ਲਈ ਚੱਲੇ ਹੋਏ ਕਾਰਤੂਸ ਜਿਹੜੇ ਬੰਦੇ ਹਾਰ ਗਏ, ਜਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਨੇ, ਮੌਜੂਦਾ ਮੈਂਬਰ ਜਿਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ, ਜਾਂ ਹੋਰ ਜਥੇਬੰਦੀਆਂ ਦੇ ਹੋ ਗਏ, ਚਾਹੇ ਉਹ ਕਿਸਾਨ ਯੂਨੀਅਨ ਹੋਵੇ, ਚਾਹੇ ਉਹ ਸ਼ਿਵ ਸੈਨਾ ਹੋਵੇ, ਚਾਹੇ ਕੋਈ ਵੀ ਹੋਵੇ, ਕਿਸੇ ਨੂੰ ਕੋਈ ਸਿਕਿਉਰਿਟੀ ਨੂੰ ਉਹਨੂੰ ਕਹੋ ਆਪਣੀ ਸਿਕਿਉਰਿਟੀ ਆਪ ਕਰੋ। ਤੁਸੀਂ ਸਾਡੇ ਕੋਲੋਂ ਅਸਲਾ ਲੈ ਲਓ, ਮਾਲਖਾਨੇ ਵਿੱਚ ਬਥੇਰੀਆਂ ਰਾਈਫਲਾਂ ਪਈਆਂ ਨੇ, ਇਹਨਾਂ ਨੂੰ ਦੇ ਦਿਓ। ਲਓ ਵੀ ਚੱਕੋ ਅਸਲਾ ਲਓ। ਤੁਸੀਂ ਆਪਣੀ, ਜੇ ਤੁਸੀਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੇ, ਤੁਸੀਂ ਲੋਕਾਂ ਦੀ ਰੱਖਿਆ ਕੀ ਕਰੋਗੇ? ਇਸ ਲਈ ਇਹ ਲੋਕਾਂ ਦੇ ਉੱਤੇ ਭਾਰ ਨਹੀਂ ਪੈਣਾ ਚਾਹੀਦਾ। ਸਭ ਦੀ ਸਿਕਿਉਰਿਟੀਆਂ ਵਾਪਸ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਜਦੋਂ ਬਾਈਕਾਟ ਸੀ, ਮੇਰੇ ਸਤਿਕਾਰਯੋਗ ਪਿਤਾ ਜਥੇਦਾਰ ਵਰਮਾ ਸਿੰਘ ਨੇ ਉਸ ਟਾਈਮ ਇਲੈਕਸ਼ਨ ਲੜੀ, ਸਾਡੇ ਕੋਲ 60 ਬੰਦਿਆਂ ਦੀ CRP ਸਿਕਿਉਰਿਟੀ 60 ਬੰਦਿਆਂ ਦੀ ਸੀਗੀ। ਤੇ ਸਾਡੇ ਕੋਲ 2 ਜਿਹੜੇ ਵੱਡੇ ਟੈਂਕਰ ਜੇ ਹੁੰਦੇ ਨਾ, ਖਾਲੀ ਟਰੱਕ ਵਾਲੀ ਗੱਡੀਆਂ, ਇਹ 2 ਗੱਡੀਆਂ ਦਿੱਤੀਆਂ ਸੀ। 8 ਬੰਦੇ ਸਾਡੇ ਕੋਲ ਪੰਜਾਬ ਪੁਲਿਸ ਦੇ ਸੀਗੇ। ਸਾਨੂੰ ਤਾਂ ਘਰੋਂ ਨਿਕਲਣਾ ਔਖਾ ਹੋਇਆ ਸੀਗਾ। ਅਸੀਂ ਉਹ ਸਿਕਿਉਰਿਟੀ 5-6 ਮਹੀਨੇ ਬਾਅਦ ਵਾਪਸ ਕੀਤੀ, ਆਪ ਹੱਥ ਬੰਨ ਕੇ, ਮਹਾਰਾਜ ਜੀ ਸਾਡੀ ਜਾਨ ਨੂੰ ਕੋਈ ਖਤਰਾ ਨਹੀਂ, ਸਾਨੂੰ ਇਹ ਸਿਕਿਉਰਿਟੀ ਤੋਂ ਬਚਾ ਦਿਓ। ਅਸੀਂ ਕਿੱਥੇ ਲੰਗਰ ਪਾਣੀ ਛਕਾਈਏ, ਕਿੱਥੇ ਬਿਠਾਈਏ? ਸਾਡੇ ਤਾਂ ਰਿਸ਼ਤੇਦਾਰ ਆਉਣੇ ਬੰਦ ਹੋ ਗਏ ਸੀ। ਇਸ ਲਈ ਇਹ ਸਿਕਿਉਰਿਟੀ ਦੇ ਭਾਰ ਦੇ ਵਿੱਚੋਂ ਲੋਕਾਂ ਨੂੰ ਨਿਜਾਤ ਦਿਵਾਓ। ਤੁਸੀਂ ਆਪਣੇ ਫਾਦਰ ਸਾਹਿਬ ਦੀ ਗੱਲ ਕੀਤੀ ਹੈ, ਤੇ ਜਿਸ ਤਰੀਕੇ ਦੇ ਨਾਲ ਕਈ ਐਸੇ ਲੋਕ ਵੀ ਨੇ ਜਿਨ੍ਹਾਂ ਨੂੰ ਕੋਈ ਪਿੰਡ 'ਚ ਵੀ ਨਹੀਂ ਜਾਣਦਾ ਹੁੰਦਾ, ਤਾਂ ਉਹ ਵੀ ਸੁਰੱਖਿਆ ਲਈ ਫਿਰਦੇ ਨੇ। ਤਾਂ ਪਰ ਜਿਸ ਤਰੀਕੇ ਦੇ ਨਾਲ ਤੁਹਾਡੀ ਗੱਲ ਕੀਤੀ ਜਾਵੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਹੁਣ ਤੱਕ ਜਾ ਚੁੱਕੇ ਹੋ, ਕਈ ਦੇਸ਼ਾਂ ਦਾ ਦੌਰਾ ਕਰ ਚੁੱਕੇ ਹੋ, ਜਿਸ ਤਰੀਕੇ ਦੇ ਨਾਲ ਤੁਸੀਂ ਵੱਡੇ ਲੀਡਰਾਂ ਦੇ ਨਾਲ ਵੀ ਰਹੇ ਹੋ, ਵੱਡੇ ਅਹੁਦਿਆਂ ਤੇ ਵੀ ਰਹੇ ਹੋ, ਤਾਂ ਕੀ ਲੱਗਦਾ ਹੈ ਕਿ ਤੁਸੀਂ ਕੋਈ ਸਿਕਿਉਰਿਟੀ ਨਹੀਂ ਰੱਖੀ, ਤੁਹਾਨੂੰ ਕੋਈ ਖਤਰਾ ਹੈ, ਜਾਂ ਤੁਸੀਂ ਕਿਉਂ ਨਹੀਂ ਸਿਕਿਉਰਿਟੀ ਰੱਖੀ? ਇਸ ਚੀਜ਼ ਦਾ ਕੀ ਰਾਜ ਹੈ? ਚੱਠਾ ਸਾਹਿਬ, ਇਨਸਾਨ ਦੀ ਸਭ ਤੋਂ ਵੱਡੀ ਸਿਕਿਉਰਿਟੀ ਉਹ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੇ ਸਾਨੂੰ ਪੈਦਾ ਕੀਤਾ। ਸਾਡੇ ਸਵਾਸ ਉਹਨੇ ਗਿਣ ਕੇ ਦਿੱਤੇ ਨੇ। ਉਹ ਸਵਾਸ ਨੂੰ ਨਾ ਕੋਈ ਘਟਾ ਸਕਦਾ ਹੈ ਤੇ ਨਾ ਕੋਈ ਵਧਾ ਸਕਦਾ ਹੈ। ਜੇ ਸਿਕਿਉਰਿਟੀ ਨਾਲ ਸਵਾਸ ਵੱਧਦੇ ਹੁੰਦੇ ਤਾਂ ਵੱਡੇ ਲੀਡਰ ਜਿਹਨਾਂ ਦੀ ਮੈਂ ਗੱਲ ਕੀਤਾ, ਇਹ ਮਰਦੇ ਹੀ ਨਾ। ਇਹ ਤਾਂ ਸਿਰਫ ਲੋਕਾਂ ਦੇ ਵਿੱਚ ਇੱਕ ਆਪਣੀ ਟੌਰ ਬਣਾਉਣ ਵਾਸਤੇ, ਆਪਣੀ ਦਿੱਖ ਬਣਾਉਣ ਵਾਸਤੇ, ਵੀ ਦੇਖੋ ਮੇਰੇ ਕੋਲ, ਮੈਂ ਆਪਣੇ ਸਰਕਲ ਦੇ ਵਿੱਚ, ਆਪਣੇ ਏਰੀਆ ਵਿੱਚ ਉਹ ਬੰਦੇ ਦੇਖਦਾ ਜਿਨ੍ਹਾਂ ਦੇ ਕੋਲ ਕੋਈ ਦੋਸਤ ਜਾਂ ਮਿੱਤਰ ਤੁਰਨ ਨੂੰ ਨਾਲ ਨਹੀਂ ਹੁੰਦਾ ਸੀ। ਉਹ 2-2 ਗਨਮੈਨ ਲੈ ਕੇ ਆਏ ਤੁਰਦੇ ਨੇ, ਚੌੜੇ ਹੋ ਕੇ ਤੁਰਦੇ ਨੇ, ਫੋਟੋਆਂ ਖਿਚਾਉਂਦੇ, ਦੇਖੋ ਸਾਨੂੰ ਸਿਕਿਉਰਿਟੀ ਮਿਲ ਗਈ। ਇਹ ਕਿਹਦੇ ਉੱਤੇ ਭਾਰ ਹੈ? ਇਹ ਆਮ ਗਰੀਬ ਪਬਲਿਕ ਦੇ ਉੱਤੇ ਭਾਰ ਹੈ। ਸਾਡੇ ਟੈਕਸ, ਸਾਡੇ ਜਨਤਾ ਦੇ ਉੱਤੇ ਭਾਰ ਹੈ। ਸਾਡੇ ਟੈਕਸ ਦੇ ਨਾਲ ਉਹਨਾਂ ਸਿਕਿਉਰਿਟੀ ਵਾਲਿਆਂ ਨੂੰ ਤਨਖਾਹਾਂ ਦਿੰਦੇ ਆ, ਉਹਨਾਂ ਨੂੰ ਗੱਡੀਆਂ 'ਚ ਤੇਲ ਪਾਉਂਦੇ ਆ। ਇਸ ਲਈ ਇਹਨਾਂ ਦਾ ਗੱਡੀਆਂ ਦਾ ਤੇਲ, ਸਿਕਿਉਰਿਟੀ ਘਰਾਂ ਦੀ ਜਿਹੜੀ ਗਾਰਦ ਹੈ, ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਇਹਨਾਂ ਨੂੰ ਆਮ ਪਬਲਿਕ ਨੂੰ, ਜੇ ਇਹਨਾਂ ਨੂੰ ਜਾਨ ਨੂੰ ਖਤਰਾ, ਆਪਣੇ ਪਰਸਨਲ ਗਨਮੈਨ ਰੱਖ ਲੈਣ। ਇਹਨਾਂ ਨੂੰ ਅਸਲਾ ਦੇ ਦਿਓ, ਸਰਕਾਰੀ ਅਸਲਾ ਦੇ ਦਿਓ, ਜਿਹੜਾ ਆਪਣਾ ਖਰੀਦ ਸਕਦਾ, ਆਪਣੇ ਲਾਇਸੈਂਸ ਦੇ ਦਿਓ, ਤਾਂ ਕਿ ਸੈਲਫ ਡਿਫੈਂਸ ਕਰ, ਇਹ ਆਪਣੀ ਰੱਖਿਆ ਆਪ ਕਰਨ। ਇਹ ਕਿਉਂ ਦੂਜੇ ਉੱਤੇ ਡਿਪੈਂਡ ਕਰਦੇ, ਕਿਉਂ ਪਬਲਿਕ ਉੱਤੇ ਭਾਰ ਪੈਂਦੇ ਨੇ? ਮੈਂ ਤਾਂ ਤੁਹਾਡੇ ਚੈਨਲ ਇਹੀ ਬੇਨਤੀ ਕਰਾਂਗਾ ਕਿ ਜੋ ਫੈਸਲਾ ਮਾਨ ਸਾਹਿਬ ਨੇ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ। ਇਹ ਫੈਸਲਾ ਪਹਿਲਾਂ ਲੈ ਲੈਣਾ ਚਾਹੀਦਾ ਸੀ। ਪਬਲਿਕ ਦਾ ਬੋਲ ਜੋ ਰਹਿੰਦੀ ਹੈ, ਇਸ ਲਈ ਉਹਨਾਂ ਦੇ ਬੋਲਣ ਦੇ ਉੱਤੇ ਕੋਈ ਉਹ ਨਾ ਕਰੋ। ਪਬਲਿਕ ਦਾ ਹਿੱਤ ਦੇਖੋ, ਪਬਲਿਕ ਦੀ ਬਚਾਅ ਕਰੋ, ਪਬਲਿਕ ਦੇ ਟੈਕਸਾਂ ਨੂੰ ਬਚਾਓ। ਬਹੁਤ ਵਧੀਆ ਕਦਮ ਹੈ ਤੁਹਾਡਾ।
ਬਿਲਕੁਲ, ਤੇ ਨਾਲ ਹੀ ਹੁਣ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ। ਤਾਂ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਇੱਕ ਵੱਡਾ ਚੈਲੰਜ ਕੀਤਾ ਗਿਆ, ਤਾਂ ਜਿਹੜੀ ਮੋਹਾਲੀ ਦੇ ਵਿੱਚ 50,000 ਏਕੜ ਜ਼ਮੀਨ ਨੂੰ ਲੈ ਕੇ ਉਹ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ। ਕਹਿੰਦੇ ਉਹ ਛਡਾ ਕੇ ਦਿਖਾਓ। ਤਾਂ ਸਵਾਲ ਇਹ ਹੈ ਕਿ ਉਹ ਜ਼ਮੀਨ, ਜਿਹੜੀ ਪੰਚਾਇਤੀ ਜ਼ਮੀਨ ਹੈ, ਉਹ ਦੱਬੀ ਕਿਸ ਨੇ ਹੋਈ ਹੈ, ਉਹਦੇ ਉੱਤੇ ਕਬਜ਼ਾ ਕੌਣ ਕਰੀ ਬੈਠਾ ਹੈ, ਜੇ ਉਹ ਛਡਵਾਉਣ ਦੀ ਗੱਲ ਕਰ ਰਹੇ ਨੇ ਸੁਖਪਾਲ ਖਹਿਰਾ। ਚੱਠਾ ਸਾਹਿਬ ਤਹਿਸੀਲ ਖਰੜ, ਮੋਹਾਲੀ, ਚੰਡੀਗੜ੍ਹ ਦੇ ਨਾਲ ਦੇ ਜਿੰਨੇ ਪਿੰਡ ਸੀਗੇ, ਇਹਨਾਂ ਪਿੰਡਾਂ ਦੇ ਵਿੱਚ ਸ਼ਾਮਲਾਟ ਪੰਚਾਇਤੀ ਜ਼ਮੀਨ ਸੀ। ਮਾੜਾ ਬੰਦਾ ਤਾਂ ਕਿਸੇ ਦੀ 1 ਇੰਚ ਜ਼ਮੀਨ ਨਹੀਂ ਦੱਬ ਸਕਦਾ। ਮਾੜਾ ਬੰਦਾ, ਇਹਨੂੰ ਦੱਬਣ ਵਾਲੇ ਕੌਣ ਨੇ? ਇਹਨੂੰ ਦੱਬਣ ਵਾਲੇ ਸਰਕਾਰ ਚਲਾਉਣ ਵਾਲੇ ਪਿਛਲੇ ਲੋਕ ਨੇ, ਜਾਂ ਹੋ ਸਕਦਾ ਮੌਜੂਦਾ ਵੀ ਵਿੱਚ ਹੋਣ। ਇਹਨਾਂ ਲੋਕਾਂ ਨੇ ਜੋ ਮੰਤਰੀ ਆ ਗਏ, ਵਿੱਚ ਹੀ MLA ਆ ਗਏ, ਵਿੱਚ IPS ਅਫਸਰ ਆ ਗਏ, ਵਿੱਚ IS ਅਫਸਰ ਆ ਗਏ, PCS ਅਫਸਰ ਆ ਗਏ, HCS ਅਫਸਰ ਆ ਗਏ, ਵਿੱਚ ਹੀ ਹਾਈ ਕੋਰਟ ਦੇ ਸਾਬਕਾ ਜੱਜ ਵੀ ਆ ਗਏ। ਉਹਨਾਂ ਲੋਕਾਂ ਨੇ ਇਸ ਟਾਈਮ ਮਾਲ ਮਹਿਕਮੇ ਨਾਲ ਮਿਲ ਕੇ ਇਹ ਜ਼ਮੀਨ ਨੂੰ ਲੀਜ਼ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਨਾਲ ਆਪਣੇ ਨਾਂ ਕਰਾ ਕੇ ਉੱਥੇ ਫਾਰਮ ਹਾਊਸ, ਕਿਸੇ ਨੇ 2 ਵਿਗੇ ਲੈ ਲਈ, ਕਿਸੇ ਨੇ 5 ਲੈ ਲਈ, ਕਿਸੇ ਨੇ 100 ਕਿੱਲੇ ਤੱਕ। 2 ਸਾਬਕਾ ਮੰਤਰੀਆਂ ਕੋਲ ਪਤਾ ਲੱਗਿਆ ਕਿ 500-600 ਏਕੜ ਜ਼ਮੀਨ ਉੱਥੇ ਦੱਬੀ ਹੋਈ ਹੈ। ਇੱਥੇ ਵੱਡੇ ਰਿਸੋਰਟ ਬਣੇ ਹੋਏ ਨੇ, ਔਰ ਜਿਹੜੇ ਛੋਟੇ ਨੇ ਉਹਨਾਂ ਨੇ ਏਕੜ ਲੈ ਕੇ ਫਾਰਮ ਹਾਊਸ ਬਣਾ ਰੱਖੇ ਨੇ। ਉੱਥੇ ਵਧੀਆ ਬੂਟੇ ਲਾ ਕੇ ਬੜੇ ਐਲਸੈਸ਼ਨ ਕੁੱਤੇ ਰੱਖੇ ਹੋਏ ਨੇ। ਉਹ ਸ਼ਾਮੀ ਆਪਣੇ ਕੋਠੀਆਂ 'ਚ ਜਾ ਕੇ, ਸ਼ਾਮ ਨੂੰ ਉੱਥੇ ਜਾ ਕੇ ਖੁਸ਼ੀਆਂ ਰੰਗ ਰਲੀਆਂ ਦੋਸਤਾਂ ਮਿੱਤਰਾਂ ਨੂੰ ਪਾਰਟੀਆਂ ਕਰਦੀਆਂ ਨੇ। ਇਹ ਪਬਲਿਕ ਦਾ ਪੈਸਾ ਹੈ। ਅਗਰ ਉਹ ਜ਼ਮੀਨ ਇਹਨਾਂ ਦੇ ਨਜਾਇਜ਼ ਕਬਜ਼ੇ ਛਡਾਏ ਜਾਣ, ਇਹ ਨਜਾਇਜ਼ ਕਬਜ਼ੇ ਵਿੱਚ ਸਤਿਕਾਰਯੋਗ ਜਸਟਿਸ ਕੁਲਦੀਪ ਸਿੰਘ ਜੀ, ਜੋ ਸੁਪਰੀਮ ਕੋਰਟ ਦੇ ਜੱਜ ਵੀ ਰਹੇ ਨੇ, ਹਾਈ ਕੋਰਟ 'ਚ ਵੀ ਜੱਜ ਰਹੇ ਨੇ, ਬਹੁਤ ਹੀ ਅੱਛੀ ਦਿੱਖ ਵਾਲੇ ਤੇ ਇਮਾਨਦਾਰ, ਉਹਨਾਂ ਨੇ ਇਹਦਾ ਇੱਕ ਕਮਿਸ਼ਨ ਬਣਾ ਕੇ ਇਹ ਸਾਰੀ ਰਿਪੋਰਟ ਦਿੱਤੀ ਸੀ ਕਿ ਇੰਨੇ ਬੰਦਿਆਂ ਦੇ ਕੋਲ ਇਹ ਸਰਕਾਰੀ ਜ਼ਮੀਨ ਦਬੀ ਹੋਈ ਹੈ। ਪਰ ਉਹ ਸਾਰਾ ਕੁਝ ਸਰਕਾਰ ਨੇ ਬੱਟੇ ਖਾਤੇ ਪਾਤਾ, ਕਿਉਂਕਿ ਜਿਹਨੇ ਉਹ ਜ਼ਮੀਨ ਕੱਢਣੀ ਸੀ ਉਹ ਉਹਦੇ ਆਪ ਗੱਤੀ। ਇੱਦਾਂ ਹੀ ਗੱਲ ਹੈ, ਕਹਿੰਦੇ ਕੋਈ ਮਾਈ ਗਈ ਬਾਬੇ ਕੋਲ, ਕਹਿੰਦੀ ਬਾਬਾ ਜੀ ਮੇਰਾ ਮੁੰਡਾ ਗੁੜ ਖਾਂਦਾ ਹੈ, ਇਹਦਾ ਇਲਾਜ ਕਰੋ। ਕਹਿੰਦਾ ਬੀਬੀ ਕੱਲ ਨੂੰ ਆਈ। ਉਹ ਕੱਲ ਨੂੰ ਫੇਰ ਗਈ। ਉਹ ਕਹਿੰਦਾ ਪਰਸੋਂ ਨੂੰ ਆਈ। ਉਹ 5-4 ਵਾਰ ਉਹਦੇ ਕੋਲ ਗਈ। ਉਹ 5ਵੇਂ-7ਵੇਂ ਦਿਨ ਕਹਿੰਦਾ ਕਾਕਾ ਗੁੜ ਨਾ ਖਾਇਆ ਕਰ, ਕਾਕਾ ਗੁੜ ਨਾ ਖਾਇਆ। ਉਹ ਬੀਬੀ ਕਹਿੰਦੀ ਬਾਬਾ ਜੀ ਤੁਸੀਂ ਇਹੀ ਗੱਲ ਕਹਿੰਦੇ ਸੀ, ਮੇਰੇ 5 ਚੱਕਰ ਲਵਾਏ ਪਹਿਲੇ। ਕਹਿੰਦਾ ਉਹ ਕਹਿੰਦਾ ਬੀਬਾ ਉਹਦਾ ਗੁੜ ਮੈਂ ਆਪ ਵੀ ਖਾਂਦਾ ਸੀਗਾ। ਇਸ ਲਈ ਇਹਨਾਂ ਲੀਡਰਾਂ ਨੇ ਦੱਬੀ ਹੋਈ ਜ਼ਮੀਨ ਹੈ ਆਪਣੇ ਕਬਜ਼ੇ 'ਚ ਕੀਤੀ ਹੋਈ ਹੈ, ਉੱਥੇ ਫਾਰਮ ਹਾਊਸ ਬਣਾਏ ਹੋਏ ਨੇ। ਅਗਰ ਉਹੀ ਜ਼ਮੀਨ ਇਹਨਾਂ ਤੋਂ ਰਿਲੈਕਸ ਕੀਤੀ ਜਾਵੇ, ਜਿੰਨਾ ਪੰਜਾਬ ਦੇ ਜੁਮੇ 3 ਲੱਖ ਕਰੋੜ ਦਾ ਕਰਜ਼ਾ, ਉਹ ਸਾਰਾ ਕਰਜ਼ਾ ਫ੍ਰੀ ਹੋ ਸਕਦਾ। ਪੰਜਾਬ ਇੰਨੀ ਕੀਮਤੀ ਜ਼ਮੀਨ ਹੈ, ਉਹਦੇ ਉੱਤੇ ਕਰਕੇ ਕੋਈ ਨਾ ਕੋਈ ਨੋਟੀਫਿਕੇਸ਼ਨ ਲਿਆ ਕੇ, ਇਨਕੁਆਇਰੀ ਕਰਾ ਕੇ ਉਹ ਜਿਹੜੇ ਨਜਾਇਜ਼ ਕਬਜ਼ੇ ਨੇ ਤੁੜਾਏ ਜਾਣ ਤੇ ਉਹ ਜ਼ਮੀਨ ਸਰਕਾਰ ਆਪਣੇ ਹੱਥ ਲੈ ਕੇ ਕੋਈ ਵਧੀਆ ਉੱਥੇ ਪ੍ਰੋਜੈਕਟ ਬਣਾਵੇ। ਜਿੰਨਾ ਪੰਜਾਬ ਦੇ ਜੁਮੇ ਕਰਜ਼ਾ ਹੈ ਉਹ ਸਾਰਾ ਕਰਜ਼ਾ ਰਹਿਤ ਹੋ ਸਕਦਾ ਤੇ ਪੰਜਾਬ ਇੱਕ ਹਿੰਦੁਸਤਾਨ ਦੇ ਸਾਰੇ ਸੂਬਿਆਂ ਵਿੱਚ ਮੋਹਰੀ ਇੱਕ ਕਬਜ਼ਾ ਰਹਿਤ ਸੂਬਾ ਬਣ ਸਕਦਾ ਹੈ। ਅਗਰ ਮਾਨ ਸਾਹਿਬ ਵਿੱਚ ਜਾਂ ਕੇਜਰੀਵਾਲ ਵਿੱਚ ਇੰਨੀ ਜ਼ਰੂਰਤ ਹੈ ਕਰਕੇ ਦਿਖਾਓ, ਪਰ ਗੱਲਾਂ ਬਾਤਾਂ ਨਾਲ ਇਹ ਕੜਾਹ ਬਣ ਕੇ ਨਹੀਂ ਹੋਣਾ ਹੈਗਾ। ਮੈਨੂੰ ਲੱਗਦਾ ਤੁਸੀਂ ਵੀ ਪਿਛਲੀਆਂ ਸਰਕਾਰਾਂ ਵੀ ਇਦਾਂ ਹੀ ਗੱਲਾਂ ਮਾਰਦੀਆਂ ਰਹੀਆਂ ਨੇ, ਆਪਣਾ ਟਾਈਮ ਲਗਾਉਂਦੀਆਂ ਰਹੀਆਂ ਨੇ। ਤੁਸੀਂ ਵੀ ਇਹਦਾ ਟਾਈਮ ਇਦਾਂ ਗੱਲਾਂ ਬਾਤਾਂ ਕਰਕੇ ਨਾ ਲਗਾਇਓ, ਕੁਝ ਕਰਕੇ ਦਿਖਾਇਓ। ਖਹਿਰਾ ਸਾਹਿਬ ਦੀ ਜੋ ਇਹ ਪ੍ਰਪੋਜ਼ਲ ਹੈ, ਜੋ ਇਹਨੇ ਗੱਲ ਕੀਤੀ ਹੈ, ਬਿਲਕੁਲ 100% ਦਰੁਸਤ ਹੈ। ਮੈਂ ਇਹਦੇ ਨਾਲ ਸਹਿਮਤ ਹਾਂ ਤੇ ਬੇਨਤੀ ਕਰਦਾ ਜੋ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ ਉਹਨੂੰ ਲਾਗੂ ਕੀਤਾ ਜਾਵੇ। ਉਹ ਰਿਪੋਰਟ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ। ਜਿੱਦਣ ਇਹ ਚੀਜ਼ ਸਾਹਮਣੇ ਆ ਗਈ ਤਾਂ ਮੈਂ ਸਮਝਦਾ ਕਿ ਉਦੋਂ ਭਗਵੰਤ ਮਾਨ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਨੱਥ ਪਾਈ, ਜਿਹੜੇ ਲੋਕਾਂ ਨੂੰ ਕੋਈ ਇਹਨਾਂ ਲੋਕਾਂ ਦੀ ਹਵਾ ਵਾਲੀ ਕੋਈ ਨਹੀਂ ਦੇਖਦਾ ਸੀ। ਪਰ ਇਹ ਹੁਣ ਆਮ ਬੰਦੇ ਬਣ ਕੇ ਕਿਤੇ ਆਪ ਵੀ ਖਾਸ ਨਾ ਬਣ ਜਾਣ, ਕਿਤੇ ਉਸ ਲਿਬੜੇ ਹੋਏ ਤਲਾਬ ਵਿੱਚ ਆਪ ਵੀ ਵੜ ਕੇ ਨਾ ਲਿਬੜ ਜਾਣ, ਆਪਣਾ ਦਾਮਨ ਵੀ ਬਚਾ ਕੇ ਰੱਖਣ ਤੇ ਉਹਨਾਂ ਲੋਕਾਂ ਨੂੰ ਨੰਗਾ ਵੀ ਕਰਨ ਜਿਨ੍ਹਾਂ ਲੋਕਾਂ ਨੇ ਇਹ ਜ਼ਮੀਨ ਦੱਬੀ ਹੋਈ ਹੈ। ਇਹ ਸੂਚੀ ਨਸਲ ਹੋ ਚੁੱਕੀ ਹੈ ਕਈ ਵਾਰ ਅਖਬਾਰਾਂ ਦੇ ਵਿੱਚ, ਪਰ ਉਹਨਾਂ ਦੇ ਸਿਹਤ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। 2 ਪਈਆਂ ਵਿਛੜ ਗਈਆਂ ਸਦਕੇ ਮੇਰੀ ਢੂਹੀ ਦੇ, ਉਹ ਕੰਮ ਇਹਨਾਂ ਦਾ। ਕਹਿੰਦੇ ਕੋਈ ਗੱਲ ਨਹੀਂ, ਮੀਡੀਆ ਤਾਂ ਗੱਲ ਚੱਲਦੀ ਰਹਿੰਦੀ ਹੈ। ਇਸ ਲਈ ਬਹੁਤ ਸ਼ੁਭ ਕਰਮ, ਵਧੀਆ ਕਦਮ ਹੈ ਜਿਹਦੇ ਉੱਤੇ ਲਾਗੂ ਕੀਤਾ ਜਾਵੇ। ਬਿਲਕੁਲ, ਤਾਂ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਦਾਅਵਾ ਕਰਦੀ ਹੈ ਕਿ ਜਿਹੜੇ ਵੀ ਮਾਫੀਆ ਰਾਜ ਹੈ ਜਾਂ ਫਿਰ ਨਜਾਇਜ਼ ਧੰਦੇ ਚੱਲਦੇ ਨੇ ਉਹਨਾਂ ਨੂੰ ਬੰਦ ਕਰਵਾ ਕੇ ਜਿਹੜਾ ਪੈਸਾ ਉਹ ਸਰਕਾਰੀ ਖਜ਼ਾਨੇ 'ਚ ਲਿਆਂਦਾ ਜਾਏਗਾ ਤੇ ਜਿਸ ਤੋਂ ਬਾਅਦ ਵਿਕਾਸ ਕਾਰਜਾਂ ਦੇ ਉੱਤੇ ਲਗਾਇਆ ਜਾਏਗਾ ਤੇ ਖਾਸ ਤੌਰ ਤੇ ਜਿਹੜਾ ਪੰਜਾਬ ਦੀ ਸਰਕਾਰ ਹੈ ਤਾਂ ਉਸ ਨੂੰ ਵੀ ਉਤਾਰਿਆ ਜਾਏਗਾ ਤੇ ਬਾਕੀ ਵਿਕਾਸ ਕਾਰਜ ਦਿੱਤੇ ਜਾਣਗੇ। ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜਨ ਦਾ ਦਾਅਵਾ ਸਰਕਾਰ ਕਰਦੀ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਐਲਾਨ ਹੁੰਦੇ ਨੇ ਜਾਂ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੁੰਦੇ ਨੇ ਫੈਸਲੇ ਮਾਨ ਸਰਕਾਰ ਦੇ, ਉਹ ਦੇਖਣਾ ਬਾਕੀ ਹੋਵੇਗਾ। ਬਹੁਤ ਬਹੁਤ ਧੰਨਵਾਦ ਖਾਨਪੁਰ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਦੇ ਲਈ। ਚੱਠਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਅਦਨੇ ਜੇ ਸੇਵਕ ਨੂੰ ਆਪਣੇ ਵਿਚਾਰ ਪੰਜਾਬੀਆਂ ਲਈ ਤੇ ਵਿਦੇਸ਼ੀਆਂ ਦੇ ਸਾਹਮਣੇ ਪੇਸ਼ ਕਰਨ ਦਾ ਸਮਾਂ ਦਿੱਤਾ। ਮੈਨੂੰ ਉਮੀਦ ਹੈ ਕਿ
ਤੁਸੀਂ ਜ਼ਰੂਰ ਕੋਈ ਕਮੈਂਟਸ ਕਰਕੇ ਜੇ ਦਾਸ ਤੋਂ ਕੋਈ ਗਲਤੀ ਜਾਂ ਕੋਈ ਗਲਤ ਸ਼ਬਦ ਹੋਏ ਉਹਦੀ ਮੈਂ ਖਿਮਾ ਚਾਹਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਸਾਡੇ ਨਾਲ ਸਨ ਸਰਦਾਰ ਪਿੰਟੂ ਸਿੰਘ ਖਾਨਪੁਰ ਵੜਿੰਗ, ਜਿਨ੍ਹਾਂ ਨੇ ਹੁਣ ਤੱਕ ਦੀਆਂ ਸਾਰੀਆਂ ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਬਾਰੇ ਜਿੰਨੀਆਂ ਵੀ ਖਬਰਾਂ ਵਿਚਾਰੀਆਂ ਗਈਆਂ ਨੇ ਉਸ ਬਾਰੇ ਤੁਹਾਡੀ ਕੀ ਰਾਏ ਹੈ। ਕਿਸੇ ਵੀ ਖਬਰ ਬਾਰੇ ਤੁਸੀਂ ਰਾਏ ਦੇਣੀ ਚਾਹੋ ਤਾਂ ਕਮੈਂਟ ਕਰਕੇ ਆਪਣੀ ਰਾਏ ਸਾਨੂੰ ਦੇ ਸਕਦੇ ਹੋ। ਸਵਾਲ ਨੇ ਜਿਹੜੇ ਤੁਹਾਡੇ ਉਹ ਵੀ ਰੱਖ ਸਕਦੇ ਹੋ, ਅਸੀਂ ਜ਼ਰੂਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਜੁੜੇ ਰਹੋ ਵਿਨਿੰਗ ਪੰਜਾਬ ਟੀਵੀ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ।